ਸ਼ਹਿਰ ਵਿੱਚ ਰਹਿਣ ਵਾਲਾ ਇੱਕ ਚੂਹਾ ਆਪਣੇ ਦੋਸਤ ਨੂੰ ਮਿਲਣ ਗਿਆ। ਉਸਦੇ ਦੋਸਤ ਨੇ ਥੋੜਾ ਸਮਾਂ ਪਹਿਲਾਂ ਹੀ ਸ਼ਹਿਰ ਛੱਡ ਦਿੱਤਾ ਸੀ ਅਤੇ ਹੁਣ ਪਿੰਡ ਵਿੱਚ ਰਹਿਣ ਲੱਗ ਗਿਆ ਸੀ। ਇੱਕ ਲੰਮੀ ਯਾਤਰਾ ਦੇ ਬਾਅਦ ਸ਼ਹਿਰ ਦਾ ਚੂਹਾ ਆਖਰਕਾਰ ਦੋਸਤ ਦੇ ਕੋਲ ਪਿੰਡ ਵਿੱਚ ਪਹੁੰਚਿਆ। ਇਹ ਥਾਂ ਕਿੰਨੀ ਗੰਦੀ ਹੈ, ਤੂੰ ਇਹੋ ਜਿਹੀ ਥਾਂ ਤੇ ਕਿੱਦਾਂ ਰਹਿੰਦਾ ਹੈ? ਬਹੁਤ ਦੇਰ ਤੁਰਨ ਤੋਂ ਬਾਅਦ ਸ਼ਹਿਰੀ ਚੂਹਾ ਥੱਕ ਹਾਰ ਕੇ ਪਿੰਡ ਦੇ ਚੂਹੇ ਦੇ ਇਲਾਕੇ ਵਿੱਚ ਪਹੁੰਚਿਆ। ਪਿੰਡ ਦੇ ਚੂਹੇ ਨੇ ਜ਼ਮੀਨ ਦੇ ਥੱਲੇ ਆਪਣਾ ਘਰ ਬਣਾਇਆ ਸੀ ਜਿੱਥੇ ਉਹ ਰਹਿੰਦਾ ਸੀ। ਮੇਰਾ ਦੋਸਤ ਇਹੋ ਜਿਹੇ ਗੰਦੇ ਮਾਹੌਲ 'ਚ ਕਿਵੇਂ ਰਹਿੰਦਾ ਹੈ, ਮੇਰੀ ਸਮਝ ਨਹੀਂ ਆ ਰਿਹਾ। ਸ਼ਹਿਰੀ ਚੂਹੇ ਨੇ ਬੂਹਾ ਖੜਕਾਇਆ। ਪਿੰਡ ਦੇ ਚੂਹੇ ਨੇ ਬੂਹਾ ਖੋਲ੍ਹਿਆ। ਆਪਣੇ ਦੋਸਤ ਨੂੰ ਅਚਾਨਕ ਆਇਆ ਵੇਖ ਕੇ ਪਿੰਡ ਵਾਲਾ ਚੂਹਾ ਹੈਰਾਨ ਰਹਿ ਗਿਆ ਅਤੇ ਨਾਲੇ ਹੀ ਬਹੁਤ ਖੁਸ਼ ਵੀ ਹੋਇਆ। ਪਿਆਰੇ ਦੋਸਤ, ਤੇਰਾ ਸਵਾਗਤ ਹੈ। ਕਿਹੜੀ ਗੱਲ ਹੈ ਜੋ ਤੈਨੂੰ ਇੱਥੇ ਖਿੱਚ ਕੇ ਲਿਆਈ? ਮੈਂ ਸ਼ਹਿਰੀ ਜ਼ਿੰਦਗੀ ਤੋਂ ਉੱਬ ਗਿਆ ਸੀ। ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਮੈਂ ਤੈਨੂੰ ਜਾ ਕੇ ਮਿਲਾਂ ਤੇ ਤੇਰਾ ਜੀਵਨ ਵੇਖਾਂ, ਪਰ ਮੈਨੂੰ ਲੱਗ ਰਿਹਾ ਸੀ ਕਿ ਤੂੰ ਸੁਖੀ ਨਹੀਂ ਹੈ। ਕਿਹਨੇ ਕਿਹਾ? ਤੂੰ ਅੰਦਰ ਆ ਜਾ, ਮੈਂ ਤੇਰੇ ਲਈ ਕੁਝ ਬਣਾਦਾ ਹਾਂ। ਦੋਹੇ ਅੰਦਰ ਆਏ। ਸ਼ਹਿਰ ਦਾ ਚੂਹਾ ਉਹਦਾ ਘਰ ਅੰਦਰੋਂ ਵੇਖ ਕੇ ਹੈਰਾਨ ਰਹਿ ਗਿਆ, ਕਿਉਂਕਿ ਪਿੰਡ ਦਾ ਚੂਹਾ ਹਨੇਰੇ ਛੋਟੇ ਜਿਹੇ ਘੁਟਨ ਭਰੇ ਬਿੱਲ ਵਿੱਚ ਰਹਿੰਦਾ ਸੀ। ਓ, ਤੇਰਾ ਘਰ ਕਿੰਨਾ ਛੋਟਾ ਹੈ, ਤੂੰ ਇੱਥੇ ਕਿੱਦਾਂ ਰਹਿਣਾ ਹੈ? ਦੇਸੀ ਚੂਹੇ ਨੇ ਦੋਸਤ ਦੇ ਲਈ ਕੁਝ ਬਣਾਇਆ ਸੀ। ਮੇਜ਼ ਤੇ ਪਨੀਰ, ਸਲਾਦ, ਗਾਜਰ ਅਤੇ ਮੱਕੇ ਦਾ ਟੁਕੜਾ ਸੀ। ਆ ਜਾ ਦੋਸਤ, ਖਾਣ ਦਾ ਆਨੰਦ ਲੈ। ਸ਼ਹਿਰੀ ਚੂਹੇ ਨੇ ਜੋ ਵੀ ਮੇਜ਼ ਤੇ ਰੱਖਿਆ ਸੀ ਉਸ ਨੂੰ ਵੇਖਿਆ ਤੇ ਕਿਹਾ, ਤੂੰ ਇਸ ਨੂੰ ਦਾਵਤ ਕਹਿਣਾ ਹੈ? ਅਸੀਂ ਜਿੱਥੇ ਰਹਿੰਦੇ ਆ ਉੱਥੇ ਏਦਾਂ ਦੇ ਖਾਣੇ ਵਾਲਾ ਅਸੀਂ ਵੇਖਦੇ ਤੱਕ ਨਹੀਂ। ਸਾਡੇ ਕੋਲ ਕੇਕ, ਪੈਸਟਰੀ, ਪਨੀਰ ਅਤੇ ਮਾਸ ਦੀ ਵੈਰਾਈਟੀ ਹੈ। ਸ਼ਹਿਰ ਵਿੱਚ ਤਾਂ ਤੂੰ ਜੋ ਵੀ ਚਾਹਵੇਂ ਉਹ ਮਿਲ ਸਕਦਾ ਹੈ, ਪਤਾ ਹੈ? ਆਪਣਾ ਖਾਣਾ ਪੂਰੀ ਤਰ੍ਹਾਂ ਖਾ ਲੈਣ ਦੇ ਬਾਅਦ ਉਹ ਦੋਹੇ ਆਸੇ-ਪਾਸੇ ਦੇ ਇਲਾਕੇ ਵਿੱਚ ਘੁੰਮਣ ਗਏ। ਸ਼ਹਿਰੀ ਚੂਹੇ ਨੂੰ ਦੇਸੀ ਚੂਹਾ ਜਿੱਥੇ ਰਹਿੰਦਾ ਸੀ ਉਹ ਜਗ੍ਹਾ ਬਿਲਕੁਲ ਪਸੰਦ ਨਹੀਂ ਆਈ। ਇਸ ਤਰ੍ਹਾਂ ਦੀ ਥਾਂ ਤਾਂ ਮੈਨੂੰ ਜਰਾ ਵੀ ਪਸੰਦ ਨਹੀਂ ਹੈ। ਇਹ ਬਹੁਤ ਗੰਦੀ ਤੇ ਘੁਟਨ ਭਰੀ ਥਾਂ ਹੈ। ਤੈਨੂੰ ਇੱਕ ਵਾਰ ਸਾਡਾ ਇਲਾਕਾ ਵੇਖਣਾ ਆਉਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਤੂੰ ਉਸ ਨੂੰ ਵੇਖਣ ਤੋਂ ਬਾਅਦ ਤੂੰ ਕਦੇ ਵੀ ਇੱਥੇ ਵਾਪਸ ਨਹੀਂ ਆਵੇਂਗਾ। ਦੂਜੇ ਦਿਨ ਸਵੇਰੇ ਦੋਨਾਂ ਨੇ ਇੱਕ ਦੂਜੇ ਤੋਂ ਵਿਦਾ ਲਈ। ਉਸ ਤੋਂ ਜੁਦਾ ਹੋਣ ਦੇ ਬਾਅਦ ਦੇਸੀ ਚੂਹੇ ਨੇ ਸ਼ਹਿਰ ਜਾ ਕੇ ਸ਼ਹਿਰੀ ਚੂਹੇ ਨੂੰ ਮਿਲਣਾ ਤੈਅ ਕੀਤਾ ਅਤੇ ਉਸ ਦੀ ਯਾਤਰਾ ਸ਼ੁਰੂ ਹੋ ਗਈ। ਲੰਮੀ ਯਾਤਰਾ ਦੇ ਬਾਅਦ ਦੇਸੀ ਚੂਹਾ ਸ਼ਹਿਰ ਪਹੁੰਚਿਆ। ਦੇਸੀ ਚੂਹੇ ਦੇ ਦੱਸੇ ਅਨੁਸਾਰ ਉਹ ਆਪਣੇ ਦੋਸਤ ਦੇ ਘਰ ਪਹੁੰਚਿਆ। ਸ਼ਹਿਰੀ ਚੂਹਾ ਇੱਕ ਅਪਾਰਟਮੈਂਟ ਵਿੱਚ ਰਹਿੰਦਾ ਸੀ। ਦੋਸਤ ਦਾ ਘਰ ਵੇਖ ਕੇ ਦੇਸੀ ਚੂਹਾ ਬੜਾ ਹੈਰਾਨ ਹੋਇਆ। ਇਹ ਇੰਨਾ ਵੱਡਾ ਘਰ ਤੇਰਾ ਹੈ? ਅਜਿਹਾ ਨਹੀਂ ਹੈ, ਮੈਂ ਇੱਥੇ ਆਪਣੇ ਮਕਾਨ ਮਾਲਿਕ ਦੇ ਨਾਲ ਰਹਿਣਾ ਹਾਂ। ਮੈਨੂੰ ਬਹੁਤ ਭੁੱਖ ਲੱਗੀ ਹੈ, ਮੈਨੂੰ ਉਹ ਕਮਾਲ ਦੀ ਦਾਵਤ ਵਿਖਾ ਜਿਸ ਦੀ ਤੂੰ ਗੱਲ ਕਰ ਰਿਹਾ ਸੀ। ਸ਼ਹਿਰੀ ਚੂਹਾ ਰਸੋਈ ਵਿੱਚ ਗਿਆ। ਉਸਨੇ ਫ੍ਰਿਜ ਖੋਲ੍ਹਿਆ, ਫਿਰ ਚੀਜ਼, ਮਾਂਸ ਤੇ ਵੱਖ-ਵੱਖ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਲਈਆਂ। ਉਸਨੇ ਇਹ ਸਭ ਇੱਕ ਟੇਬਲ ਤੇ ਰੱਖਿਆ ਤੇ ਦੋਹੇ ਖਾਣ ਲੱਗੇ। ਇੱਕ ਬਿੱਲੀ ਮਿਆਉ ਮਿਆਉ ਕਰ ਰਹੀ ਸੀ। ਸ਼ਹਿਰੀ ਚੂਹਾ ਨਾਮ ਦੇ ਲਈ ਕੁੱਦਿਆ। ਓਹੋ, ਘਰ ਦੀ ਬਿੱਲੀ ਨੇ ਸਾਨੂੰ ਗੱਲਾਂ ਕਰਦੇ ਸੁਣ ਲਿਆ ਹੈ। ਸਾਨੂੰ ਲੁਕਣਾ ਪਵੇਗਾ। ਉਹ ਆ ਜਾ ਮੇਰੇ ਨਾਲ। ਦੋਹੇ ਦੀਵਾਰ ਦੀ ਇੱਕ ਮੋਰੀ ਵਿੱਚ ਵੜ ਗਏ ਅਤੇ ਚੱਲਦੇ ਗਏ। ਸਾਹ ਫੁੱਲੇ ਹੋਏ ਪਿੰਡ ਦੇ ਚੂਹੇ ਨੇ ਪੁੱਛਿਆ, ਤੂੰ ਬਿੱਲੀ ਦੇ ਨਾਲ ਇੱਕੋ ਘਰ ਵਿੱਚ ਰਹਿੰਦਾ ਹੈ? ਕੀ ਇਹ ਖਤਰਨਾਕ ਨਹੀਂ ਹੈ? ਬੇਸ਼ੱਕ ਹੈ, ਪਰ ਜੇ ਐਸ਼ੋ ਆਰਾਮ ਵਾਲਾ ਘਰ ਚਾਹੀਦਾ ਹੈ ਤਾਂ ਉਸ ਦੀ ਕੀਮਤ ਵੀ ਤਾਂ ਚੁਕਾਣੀ ਪਵੇਗੀ ਨਾ। ਥੋੜੀ ਦੇਰ ਬਾਅਦ ਬਿੱਲੀ ਰਸੋਈ ਤੋਂ ਚਲੀ ਗਈ। ਫਿਰ ਇਹ ਦੋਵੇਂ ਦੀਵਾਰ ਤੋਂ ਵਾਪਸ ਬਾਹਰ ਆਏ ਤੇ ਫਿਰ ਤੋਂ ਖਾਣਾ ਸ਼ੁਰੂ ਕੀਤਾ। ਥੋੜੀ ਦੇਰ ਬਾਅਦ ਉਹਨਾਂ ਨੂੰ ਸੜਕ ਦਾ ਬੂਹਾ ਖੁੱਲਣ ਦੀ ਆਵਾਜ਼ ਆਈ ਅਤੇ ਸ਼ਹਿਰੀ ਚੂਹਾ ਘਬਰਾ ਗਿਆ। ਚਲੋ, ਮਕਾਨ ਮਾਲਿਕ ਆ ਗਏ ਨੇ, ਛੇਤੀ ਕਰੋ, ਉਹਨਾਂ ਦੇ ਵੇਖਣ ਤੋਂ ਪਹਿਲਾਂ ਅਸੀਂ ਇੱਥੋਂ ਨਿਕਲ ਜਾਈਏ। ਚੂਹਾ ਦੁਬਾਰਾ ਦੀਵਾਰ ਦੀ ਮੋਰੀ ਵਿੱਚ ਚਲਾ ਗਿਆ ਅਤੇ ਪਿੰਡ ਦੇ ਚੂਹੇ ਨੇ ਸਾਹ ਚੜੇ ਹੋਏ ਇੱਕ ਸਵਾਲ ਪੁੱਛਿਆ, ਇਸ ਵਾਰ ਮੈਨੂੰ ਪਤਾ ਨਹੀਂ ਅਸੀਂ ਇੱਥੋਂ ਕਿਉਂ ਭੱਜ ਰਹੇ ਹਾਂ। ਕੀ ਮਾਲਿਕ ਨੂੰ ਪਤਾ ਨਹੀਂ ਕਿ ਤੂੰ ਇੱਥੇ ਰਹਿੰਦਾ ਹੈ? ਬੇਸ਼ੱਕ ਉਹਨੂੰ ਨਹੀਂ ਪਤਾ। ਇਹ ਲੋਕ ਬਹੁਤ ਖਤਰਨਾਕ ਨੇ। ਤੂੰ ਮੈਨੂੰ ਇਹ ਦੱਸ ਕਿ ਤੂੰ ਇਸ ਘਰ ਵਿੱਚ ਕਿਵੇਂ ਰਹਿੰਦਾ ਹੈ? ਠੀਕ ਹੈ, ਜਿਵੇਂ ਵੀ ਹੈ, ਇਸ ਵਿੱਚ ਮੈਂ ਬਹੁਤ ਖੁਸ਼ ਹਾਂ। ਵੈਸੇ ਮੈਂ ਜਦੋਂ ਵੀ ਚਾਹਾਂ ਮੈਂ ਕੁਝ ਵੀ ਖਾ ਸਕਦਾ ਹਾਂ।
ਹੁਣ ਕੋਈ ਖਤਰਾ ਨਹੀਂ ਹੈ, ਚਲੋ ਖਾਣਾ ਖਾਂਦੇ ਹਾਂ। ਦੇਸੀ ਚੂਹਾ ਬਿੱਲ ਤੋਂ ਬਾਹਰ ਆਇਆ, ਪਰ ਉਹ ਜਿਵੇਂ ਹੀ ਬਾਹਰ ਨਿਕਲਿਆ ਉਹ ਦਰਵਾਜ਼ੇ ਵੱਲ ਗਿਆ ਅਤੇ ਸ਼ਿਕਾਇਤ ਕਰਨ ਲੱਗਾ। ਨਾ ਭਰਾਵਾ, ਮਿਹਰਬਾਨੀ, ਹੁਣ ਮੇਰੀ ਭੁੱਖ ਮਰ ਚੁੱਕੀ ਹੈ। ਮੇਰੇ ਲਈ ਇੰਨਾ ਹੀ ਡਰਨਾ ਬਹੁਤ ਹੈ। ਮੈਂ ਜਾ ਰਿਹਾ। ਕਿੱਥੇ ਜਾ ਰਿਹਾ ਹੈ? ਮੈਂ ਘਰ ਜਾ ਰਿਹਾ। ਮੇਰਾ ਘਰ ਅਮੀਰ ਨਹੀਂ ਹੈ, ਪਰ ਮੈਂ ਆਜ਼ਾਦੀ ਨਾਲ ਤੇ ਸ਼ਾਂਤੀ ਨਾਲ ਰਹਿੰਦਾ। ਹਰ ਵੇਲੇ ਡਰ ਤੋਂ ਘਿਰੇ ਰਹਿਣ ਤੋਂ ਚੰਗਾ ਹੈ ਕਿ ਮੈਂ ਸ਼ਾਂਤੀ ਤੇ ਆਜ਼ਾਦੀ ਨਾਲ ਰਵਾਂ। ਤੇ ਇਸ ਤਰ੍ਹਾਂ ਦੇਸੀ ਚੂਹਾ ਆਪਣੇ ਉਹੀ ਪਹਿਲਾਂ ਵਾਲੇ ਅੰਦਾਜ਼ ਵਿੱਚ ਵਾਪਸ ਆ ਗਿਆ ਤੇ ਸੁੱਖ ਨਾਲ ਜੀਣ ਲੱਗਾ। ਹੁਣ ਉਹ ਕਦੇ ਦੁਬਾਰਾ ਸ਼ਹਿਰ ਨਹੀਂ ਆਇਆ। ਦੂਰ ਇੱਕ ਜਗ੍ਹਾ ਤੇ ਇੱਕ ਚੱਕੀ ਵਾਲਾ ਆਪਣੇ 3 ਪੁੱਤਰਾਂ ਸਮੇਤ ਰਹਿੰਦਾ ਸੀ। ਉਹ ਚੱਕੀ ਵਾਲਾ ਗੁਜ਼ਰ ਗਿਆ। ਉਹਨੇ ਆਪਣੇ ਦੋਨੋਂ ਵੱਡੇ ਪੁੱਤਰਾਂ ਦੇ ਲਈ ਆਪਣੀ ਚੱਕੀ ਛੱਡ ਰੱਖੀ ਸੀ ਅਤੇ ਆਪਣੇ ਸਭ ਤੋਂ ਛੋਟੇ ਪੁੱਤਰ ਦੇ ਲਈ ਇੱਕ ਬਿੱਲਾ ਮਤਲਬ ਪੁੱਸ ਰੱਖਿਆ ਸੀ। ਉਹਦਾ ਛੋਟਾ ਪੁੱਤ ਬਹੁਤ ਨਾਰਾਜ਼ ਸੀ। ਉਹ ਇਹ ਗੱਲ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਕਿ ਉਹਦੇ ਪਿਤਾ ਜੀ ਨੇ ਉਹਦੇ ਲਈ ਸਿਰਫ ਇੱਕ ਬਿੱਲਾ ਛੱਡ ਰੱਖਿਆ ਸੀ। ਪਰ ਅਚਾਨਕ ਕੁਝ ਅਜਿਹਾ ਹੋਇਆ ਜੋ ਬਹੁਤ ਅਜੀਬ ਸੀ। ਉਸ ਬਿੱਲੇ ਨੇ ਪਲਟ ਕੇ ਜਵਾਬ ਦਿੱਤਾ, ਤੁਸੀਂ ਮੇਰੇ ਬਾਰੇ 'ਚ ਗਲਤ ਸੋਚ ਰਹੇ ਹੋ। ਮੈਂ ਤੁਹਾਡੇ ਲਈ ਤੁਹਾਡੀ ਸੋਚ ਤੋਂ ਵੀ ਵੱਧ ਕੀਮਤੀ ਹੋ ਸਕਦਾ ਹਾਂ। ਛੋਟਾ ਪੁੱਤਰ ਪੁੱਸ ਨੂੰ ਗੱਲ ਕਰਦੇ ਵੇਖ ਕੇ ਹੈਰਾਨ ਰਹਿ ਗਿਆ। ਤੂੰ ਇਹ ਕਿਵੇਂ ਹੋ ਸਕਦਾ ਹੈ? ਜੇ ਤੁਸੀਂ ਮੈਨੂੰ ਇੱਕ ਬੋਰੀ, ਇੱਕ ਹੈਟ ਤੇ ਇੱਕ ਜੋੜੀ ਬੂਟ ਲਿਆ ਕੇ ਦਿਓ, ਫਿਰ ਮੈਂ ਤੁਹਾਨੂੰ ਵਿਖਾਵਾਂਗਾ ਕਿਵੇਂ। ਹੈਰਾਨ ਪਰੇਸ਼ਾਨ ਹੋ ਕੇ ਛੋਟਾ ਪੁੱਤਰ ਸੋਚਣ ਲੱਗਿਆ ਕਿ ਜੇ ਇਹ ਪੁੱਸ ਬੋਲ ਸਕਦਾ ਹੈ ਤਾਂ ਇਹਨੂੰ ਜ਼ਰੂਰ ਕੁਝ ਪਤਾ ਹੋਵੇਗਾ। ਠੀਕ ਹੈ, ਵੇਖਦੇ ਹਾਂ ਤੂੰ ਕੀ ਕਰ ਸਕਦਾ ਹੈ। ਛੋਟੇ ਪੁੱਤਰ ਨੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਜੋ ਬਿੱਲੇ ਨੇ ਮੰਗੀਆਂ ਸੀ। ਬਿੱਲੇ ਨੇ ਹੈਟ ਪਾਇਆ, ਬੂਟ ਪਾਏ ਅਤੇ ਸ਼ੀਸ਼ੇ ਵਿੱਚ ਇੱਕ ਪੋਜ਼ ਬਣਾ ਕੇ ਖੁਦ ਨੂੰ ਵੇਖਣ ਲੱਗਿਆ। ਫਿਰ ਉਹਨੇ ਲੈਟਿਊਸ ਦਾ ਗੁੱਛਾ ਅਤੇ ਇੱਕ ਗਾਜਰ ਬੋਰੀ ਵਿੱਚ ਪਾਈ ਅਤੇ ਨਿਕਲ ਪਿਆ। ਜਦ ਜੰਗਲ ਵਿੱਚ ਉਹਨੇ ਬੋਰੀ ਖੋਲੀ ਅਤੇ ਜ਼ਮੀਨ ਤੇ ਰੱਖੀ, ਕੁਝ ਹੀ ਸਮੇਂ ਬਾਅਦ ਇੱਕ ਬੰਨੀ ਰੈਬਿਟ ਸਬਜ਼ੀਆਂ ਦੀ ਤਾਜ਼ਾ ਖੁਸ਼ਬੂ ਸੁੰਘ ਕੇ ਉੱਥੇ ਆ ਗਿਆ। ਅਤੇ ਲੈਟਿਊਸ ਤੇ ਗਾਜਰ ਖਾਣ ਦੇ ਲਈ ਬੋਰੀ ਵਿੱਚ ਵੜਿਆ। ਬਿੱਲੇ ਨੇ ਲਪਕ ਕੇ ਬੋਰੀ ਨੂੰ ਚੱਕਿਆ ਅਤੇ ਬੰਨੀ ਰੈਬਿਟ ਨੂੰ ਫਸਾ ਕੇ ਉਸ ਬੋਰੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਉਸ ਰੈਬਿਟ ਨੂੰ ਆਪਣੇ ਮਾਲਕ ਦੇ ਕੋਲ ਲਿਜਾਣ ਦੀ ਬਜਾਏ ਪੁੱਸ ਉਹਨੂੰ ਰਾਜ ਮਹਿਲ ਲੈ ਗਿਆ ਅਤੇ ਪਹਿਰੇਦਾਰਾਂ ਨੂੰ ਕਿਹਾ ਕਿ ਮੈਂ ਮਹਾਰਾਜ ਨੂੰ ਮਿਲਣਾ ਹੈ। ਉਹਨਾਂ ਪਹਿਰੇਦਾਰਾਂ ਨੂੰ ਹੈਟ ਤੇ ਬੂਟ ਪਾਏ ਪੁੱਸ ਨੂੰ ਵੇਖ ਕੇ ਹੈਰਾਨੀ ਹੋਈ ਅਤੇ ਉਹ ਉਹਨੂੰ ਉਸੇ ਵੇਲੇ ਮਹਾਰਾਜ ਦੇ ਕੋਲ ਲੈ ਗਏ। ਹੁਜ਼ੂਰ, ਮੈਂ ਤੁਹਾਡੇ ਲਈ ਕੈਰੇਬਾ ਦੇ ਰਾਜਕੁਮਾਰ ਵੱਲੋਂ ਤੋਹਫਾ ਲਿਆਇਆ ਹਾਂ। ਮੇਰੇ ਮਾਲਕ, ਕੈਰੇਬਾ ਦੇ ਰਾਜਕੁਮਾਰ ਨੇ ਇਹ ਬੰਨੀ ਰੈਬਿਟ ਤੁਹਾਡੇ ਲਈ ਤਾਂ ਫੜਿਆ ਹੈ। ਮਹਾਰਾਜ ਬਹੁਤ ਖੁਸ਼ ਹੋਏ ਤੋਹਫਾ ਵੇਖ ਕੇ। ਕਾਫੀ ਦਿਨਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਪੁੱਸ ਇਨ ਬੂਟਸ ਮਹਾਰਾਜ ਦੇ ਲਈ ਤਰ੍ਹਾਂ-ਤਰ੍ਹਾਂ ਦੇ ਜਾਨਵਰ ਪਕੜ ਲਿਆਂਦਾ ਅਤੇ ਛੇਤੀ ਸਾਰੇ ਰਾਜ ਵਿੱਚ ਇਹ ਗੱਲ ਫੈਲ ਗਈ ਕਿ ਕੈਰੇਬਾ ਦੇ ਰਾਜਕੁਮਾਰ ਕਿੰਨੇ ਉਦਾਰ ਅਤੇ ਅਮੀਰ ਹਨ। ਜਿਵੇਂ-ਜਿਵੇਂ ਦਿਨ ਗੁਜ਼ਰਦੇ ਗਏ, ਮਹਾਰਾਜ ਦੀ ਉਤਸੁਕਤਾ ਵਧਣ ਲੱਗੀ ਅਤੇ ਫਿਰ ਇੱਕ ਦਿਨ ਉਹਨਾਂ ਨੇ ਪੁੱਸ ਨੂੰ ਪੁੱਛਿਆ, ਕੀ ਤੇਰੇ ਮਾਲਕ ਜਵਾਨ ਹਨ? ਹਾਂਜੀ, ਜਵਾਨ ਤੇ ਸੋਹਣੇ ਵੀ। ਕੀ ਉਹ ਅਮੀਰ ਹਨ? ਬਹੁਤ ਅਮੀਰ ਨੇ ਹੁਜ਼ੂਰ। ਉਹ ਆਪਣੇ ਮਹਿਲ ਵਿੱਚ ਤੁਹਾਡਾ ਸਵਾਗਤ ਕਰਨ ਲਈ ਬੇਤਾਬ ਹਨ। ਮਹਾਰਾਜ ਅਤੇ ਮਹਾਰਾਣੀ ਇਹ ਸੁਣ ਕੇ ਬਹੁਤ ਖੁਸ਼ ਹੋਏ ਕਿ ਉਹ ਉਸ ਖੂਬਸੂਰਤ ਰਾਜਕੁਮਾਰ ਨੂੰ ਬਹੁਤ ਛੇਤੀ ਮਿਲਣ ਵਾਲੇ ਹਨ। ਜੇ ਪੁੱਸ ਜੋ ਕਹਿ ਰਿਹਾ ਹੈ ਉਹ ਸੱਚ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੀ ਬੇਟੀ ਦੇ ਲਈ ਪਰਫੈਕਟ ਪਤੀ ਤੇ
ਤੇ ਰਾਜਕੁਮਾਰ ਮਿਲ ਗਿਆ ਹੈ। ਕੁਝ ਦਿਨਾਂ ਬਾਅਦ ਪੁੱਸ ਨੇ ਪਤਾ ਕੀਤਾ ਕਿ ਮਹਾਰਾਜ ਅਤੇ ਮਹਾਰਾਣੀ ਆਪਣੀ ਬੇਟੀ ਸਮੇਤ ਰਾਜ ਦੇ ਬਾਹਰ ਸ਼ਹਿਰ ਵੱਲ ਜਾ ਰਹੇ ਹਨ। ਮੈਂ ਐਸੇ ਦਿਨ ਦੇ ਇੰਤਜ਼ਾਰ ਵਿੱਚ ਸੀ। ਪੁੱਸ ਦੌੜ ਕੇ ਆਪਣੇ ਮਾਲਕ ਦੇ ਕੋਲ ਪਹੁੰਚਿਆ। ਮਾਲਕ, ਸਾਨੂੰ ਫਟਾਫਟ ਨਦੀ ਕਿਨਾਰੇ ਜਾਣਾ ਪਵੇਗਾ, ਛੇਤੀ। ਛੋਟੇ ਪੁੱਤਰ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ, ਪਰ ਉਹਨੇ ਉਹੀ ਕੀਤਾ ਜੋ ਪੁੱਸ ਨੇ ਉਹਨੂੰ ਕਰਨ ਨੂੰ ਕਿਹਾ ਸੀ। ਪਰ ਅਸੀਂ ਇੱਥੇ ਕਿਉਂ ਆਏ ਹਾਂ? ਤੈਰਨ ਲਈ ਮਾਲਕ। ਤੈਰਨ? ਪਰ ਮੈਨੂੰ ਤੈਰਨਾ ਨਹੀਂ ਆਂਦਾ। ਚੰਗਾ ਹੈ ਜੋ ਨਹੀਂ ਆਂਦਾ। ਆਪਣੇ ਕੱਪੜੇ ਉਤਾਰੋ ਤੇ ਨਦੀ ਵਿੱਚ ਕੁੱਦ ਜਾਓ ਮਾਲਕ। ਮੇਰੇ ਤੇ ਭਰੋਸਾ ਰੱਖੋ, ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ। ਛੋਟੇ ਪੁੱਤਰ ਨੂੰ ਜਿਵੇਂ ਪੁੱਸ ਨੇ ਕਿਹਾ ਉਵੇਂ ਉਹਨੇ ਕੀਤਾ ਅਤੇ ਉਹ ਨਦੀ ਵਿੱਚ ਕੁੱਦ ਗਿਆ। ਪੁੱਸ ਨੇ ਆਪਣੇ ਮਾਲਕ ਦੇ ਕੱਪੜੇ ਝਾੜੀਆਂ ਵਿੱਚ ਲੁਕੋ ਦਿੱਤੇ। ਜਦ ਮਹਾਰਾਜ ਦੀ ਸਵਾਰੀ ਨਦੀ ਕਿਨਾਰੇ ਤੋਂ ਗੁਜ਼ਰੀ, ਪੁੱਸ ਦੌੜਦੇ ਹੋਏ ਉਹਨਾਂ ਦੇ ਕੋਲ ਪਹੁੰਚਿਆ। ਮਦਦ ਕਰੋ ਮੇਰੇ ਮਾਲਕ, ਕੈਰੇਬਾ ਦੇ ਰਾਜਕੁਮਾਰ ਡੁੱਬ ਰਹੇ ਹਨ। ਮਹਾਰਾਜ ਨੇ ਤੁਰੰਤ ਆਪਣੇ ਸੈਨਿਕਾਂ ਨੂੰ ਨਦੀ ਵਿੱਚ ਉਤਰਨ ਦਾ ਹੁਕਮ ਦਿੱਤਾ। ਜਦ ਸੈਨਿਕ ਪੁੱਸ ਦੇ ਮਾਲਕ ਨੂੰ ਬਚਾ ਰਹੇ ਸੀ ਤਾਂ ਪੁੱਸ ਨੇ ਮਹਾਰਾਜ ਨੂੰ ਸਾਰੀ ਕਹਾਣੀ ਸੁਣਾਈ। ਮਹਾਰਾਜ ਨੇ ਆਪਣੇ ਕੋਲ ਖੜੇ ਇੱਕ ਸੈਨਿਕ ਨੂੰ ਹੁਕਮ ਦਿੱਤਾ, ਸਾਡੇ ਕੋਲ ਜੋ ਚੰਗੇ ਕੱਪੜੇ ਹਨ ਉਹਨਾਂ ਵਿੱਚੋਂ ਕੁਝ ਰਾਜਕੁਮਾਰ ਦੇ ਲਈ ਲੈ ਕੇ ਆਓ। ਨਵੇਂ ਕੱਪੜੇ ਪਾ ਕੇ ਪੁੱਸ ਦਾ ਮਾਲਕ ਸੱਚਮੁੱਚ ਦਾ ਰਾਜਕੁਮਾਰ ਦਿਸਣ ਲੱਗਾ। ਜਦ ਰਾਜਕੁਮਾਰ ਮਹਾਰਾਜ ਦੀ ਸਵਾਰੀ ਵੱਲ ਵਧਣ ਲੱਗਾ, ਮਹਾਰਾਜ ਦੀ ਬੇਟੀ ਅਤੇ ਮਹਾਰਾਣੀ ਉਹਨੂੰ ਵੇਖਦੇ ਹੀ ਰਹਿ ਗਏ। ਰਾਜਕੁਮਾਰ ਮਹਾਰਾਜ ਵੱਲ ਆਇਆ ਅਤੇ ਝੁਕ ਕੇ ਉਹਨਾਂ ਨੂੰ ਪ੍ਰਣਾਮ ਕੀਤਾ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਮਹਾਰਾਜ। ਮੇਰੇ ਮਾਲਕ, ਕੈਰੇਬਾ ਦੇ ਰਾਜਕੁਮਾਰ ਵੱਡ ਭਾਗੀ ਹੋਣਗੇ ਜੇ ਤੁਸੀਂ ਉਹਨਾਂ ਦੇ ਮਹਿਲ ਵਿੱਚ ਆ ਕੇ ਉਹਨਾਂ ਨੂੰ ਖਾਤਰਦਾਰੀ ਦਾ ਮੌਕਾ ਦਿਓਗੇ। ਮੈਂ ਹੁਣੇ ਜਾ ਕੇ ਤਿਆਰੀ ਕਰਦਾ ਹਾਂ। ਪੁੱਸ ਦੌੜਦਾ ਹੋਇਆ ਚਲਿਆ ਗਿਆ। ਛੋਟੇ ਪੁੱਤਰ ਨੂੰ ਇਹ ਸਮਝ ਹੀ ਨਹੀਂ ਆਇਆ ਕਿ ਕਿਉਂ ਉਹਨੂੰ ਕਾਰਬਾ ਦਾ ਰਾਜਕੁਮਾਰ ਕਿਹਾ ਜਾ ਰਿਹਾ ਹੈ, ਪਰ ਫਿਰ ਵੀ ਉਹਨੇ ਸੋਚਿਆ ਕਿ ਇਹ ਪੁੱਸ ਦੀ ਹੀ ਕੋਈ ਤਰਕੀਬ ਹੋਣੀ ਅਤੇ ਉਹ ਚੁੱਪ ਰਿਹਾ। ਰਾਜਕੁਮਾਰੀ ਉਸ ਸੋਹਣੇ ਰਾਜਕੁਮਾਰ ਨੂੰ ਵੇਖਦੇ ਹੀ ਉਹਨੂੰ ਚਾਹਣ ਲੱਗੀ। ਪੁੱਸ ਇੱਕ ਮਹਿਲ ਦੇ ਵੱਲ ਦੌੜਦੇ ਹੋਏ ਜਾ ਰਿਹਾ ਸੀ ਜੋ ਇੱਕ ਰਾਖਸ਼ ਦਾ ਮਹਿਲ ਸੀ। ਰਸਤੇ ਵਿੱਚ ਪੁੱਸ ਨੇ ਕਿਸਾਨਾਂ ਨੂੰ ਉੱਚੀ ਉੱਚੀ ਬੋਲਦੇ ਹੋਏ ਕਿਹਾ, ਮਹਾਰਾਜ ਆ ਰਹੇ ਹਨ। ਜੇ ਉਹ ਤੁਹਾਨੂੰ ਪੁੱਛਣ ਕਿ ਇਹ ਜ਼ਮੀਨ ਕਿਹਦੀ ਹੈ ਤਾਂ ਤੁਸੀਂ ਕਹਿਣਾ ਕਿ ਇਹ ਕੈਰੇਬਾ ਦੇ ਰਾਜਕੁਮਾਰ ਦੀ ਹੈ, ਨਹੀਂ ਤਾਂ ਉਹ ਤੁਹਾਨੂੰ ਸਜ਼ਾ ਦੇਣਗੇ। ਪੁੱਸ ਦੌੜ ਰਿਹਾ ਸੀ ਅਤੇ ਨਾਲ ਹੀ ਸਭ ਨੂੰ ਧਮਕਾ ਰਿਹਾ ਸੀ ਜੋ ਕੋਈ ਰਸਤੇ ਵਿੱਚ ਨਜ਼ਰ ਆ ਰਿਹਾ ਸੀ। ਜਦ ਮਹਾਰਾਜ ਦੀ ਸਵਾਰੀ ਉੱਥੋਂ ਗੁਜ਼ਰੀ, ਸਾਰੇ ਲੋਕਾਂ ਨੇ ਡਰ ਕੇ ਉਹੀ ਕਿਹਾ ਜੋ ਪੁੱਸ ਨੇ ਉਹਨਾਂ ਨੂੰ ਕਹਿਣ ਲਈ ਕਿਹਾ ਸੀ। ਮਹਾਰਾਜ ਨੂੰ ਹੈਰਾਨੀ ਹੋਈ ਕਿ ਰਾਜਕੁਮਾਰ ਦੀ ਇੰਨੀ ਸਾਰੀ ਜ਼ਮੀਨ ਹੈ ਅਤੇ ਉਹ ਬਹੁਤ ਖੁਸ਼ ਹੋਏ। ਇਸੇ ਦੌਰਾਨ ਪੁੱਸ ਉਸ ਰਾਖਸ਼ ਦੇ ਮਹਿਲ ਵਿੱਚ ਪਹੁੰਚਿਆ ਅਤੇ ਉਸਨੇ ਦਰਵਾਜ਼ੇ ਨੂੰ ਖੜਕਾਇਆ। ਦਰਵਾਜ਼ਾ ਇੱਕ ਵੱਡੇ ਸ਼ੋਰ ਨਾਲ ਖੁੱਲਿਆ। ਰਾਖਸ਼ ਨੇ ਇੱਕ ਹੈਟ ਤੇ ਬੂਟ ਪਾਏ ਹੋਏ ਪੁੱਸ ਨੂੰ ਵੇਖਿਆ ਤਾਂ ਉਹ ਹੈਰਾਨ ਹੋ ਗਿਆ। ਜਦ ਪੁੱਸ ਗੱਲਾਂ ਕਰਨ ਲੱਗਾ ਤਾਂ ਰਾਖਸ਼ ਹੋਰ ਵੀ ਜ਼ਿਆਦਾ ਹੈਰਾਨ ਹੋ ਗਿਆ। ਤੁਸੀਂ ਬੜੇ ਭਾਗਾ ਵਾਲੇ ਹੋ। ਤੂੰ ਕੌਣ ਹੈ ਤੇ ਮੇਰੇ ਮਹਿਲ ਵਿੱਚ ਕੀ ਕਰ ਰਿਹਾ ਹੈ? ਪੁੱਸ ਨੇ ਆਪਣੀ ਤਰਕੀਬ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਮੈਂ ਤੁਹਾਨੂੰ ਸਮਝਾਉਂਦਾ ਹਾਂ। ਮੈਂ ਮਹਾਰਾਜ ਦਾ ਵਫਾਦਾਰ ਸੇਵਕ ਹਾਂ ਅਤੇ ਮਹਾਰਾਜ ਨੇ ਮੈਨੂੰ ਤੁਹਾਡੀ ਕਮਾਲ ਦੀ ਜਾਦੂਗਰੀ ਬਾਰੇ ਬਹੁਤ ਕੁਝ ਦੱਸਿਆ ਹੈ। ਹਾਂ, ਇਹ ਸੱਚ ਹੈ। ਕੀ ਤੁਸੀਂ ਇੱਕ ਵੱਡੇ ਸ਼ੇਰ ਦਾ ਰੂਪ ਧਾਰ ਸਕਦੇ ਹੋ? ਜ਼ਰੂਰ ਲੈ ਸਕਦਾ ਹਾਂ। ਇਹ ਤਾਂ ਮੇਰੇ ਲਈ ਬਹੁਤ ਸੌਖਾ ਹੈ। ਉਸ ਰਾਖਸ਼ ਨੇ ਆਪਣੀ ਅਦਭੁਤ ਜਾਦੂਗਰੀ ਦਾ ਇਸਤੇਮਾਲ ਕਰਕੇ ਇੱਕ ਵੱਡੇ ਸ਼ੇਰ ਦਾ ਰੂਪ ਲੈ ਲਿਆ। ਠੀਕ ਹੈ, ਇੰਨਾ ਕਾਫੀ ਹੈ। ਰਾਖਸ਼ ਫਿਰ ਤੋਂ ਆਪਣੇ ਅਸਲੀ ਰੂਪ ਵਿੱਚ ਆਇਆ। ਇਹ ਤਾਂ ਸੱਚਮੁੱਚ ਚਮਤਕਾਰ ਹੈ, ਪਰ ਮੈਂ ਸ਼ਰਤ ਲਾ ਸਕਦਾ ਕਿ ਤੁਸੀਂ ਆਪਣੇ ਆਪ ਨੂੰ ਇੱਕ ਨਿੱਕੇ ਜਾਨਵਰ ਦੇ ਰੂਪ ਵਿੱਚ ਨਹੀਂ ਢਾਲ ਸਕਦੇ। ਉਹ ਤਾਂ ਅਸੰਭਵ ਹੈ। ਅਸੰਭਵ? ਮੈਂ ਕਿਸੇ ਵੀ ਜਾਨਵਰ ਦਾ ਰੂਪ ਧਾਰ ਸਕਦਾ ਹਾਂ। ਵੇਖਦੇ ਹਾਂ। ਕੀ ਤੁਸੀਂ ਚੂਹਾ ਬਣ ਸਕਦੇ ਹੋ? ਰਾਖਸ਼ ਇੰਨੀ ਜ਼ੋਰ ਨਾਲ ਹੱਸਿਆ ਕਿ ਪੁੱਸ ਨੂੰ ਇੱਕ ਜਗ੍ਹਾ ਖੜੇ ਰਹਿਣ ਵਿੱਚ ਦਿੱਕਤ ਹੋ ਰਹੀ ਸੀ ਅਤੇ ਫਿਰ ਉਸ ਰਾਖਸ਼ ਨੇ
ਆਪਣੀ ਜਾਦੂਈ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਚੂਹਾ ਬਣ ਗਿਆ। ਰਾਖਸ਼ਸ ਜਿਵੇਂ ਹੀ ਚੂਹਾ ਬਣ ਗਿਆ, ਪੁੱਸ ਨੇ ਝਪੱਟਾ ਮਾਰ ਕੇ ਉਹਨੂੰ ਫੜਿਆ ਅਤੇ ਨਿਗਲ ਲਿਆ ਅਤੇ ਰਾਖਸ਼ਸ ਤੋਂ ਛੁਟਕਾਰਾ ਪਾਇਆ। ਕੁਝ ਹੀ ਸਮੇਂ ਵਿੱਚ ਮਹਾਰਾਜ ਦੀ ਸਵਾਰੀ ਉਸ ਰਾਖਸ਼ਸ ਦੇ ਮਹਿਲ ਵੱਲ ਪਹੁੰਚੀ ਅਤੇ ਪੁੱਸ ਨੇ ਦੌੜ ਕੇ ਉਹਨਾਂ ਦਾ ਸਵਾਗਤ ਕੀਤਾ। ਮੇਰੇ ਹੁਜ਼ੂਰ, ਮੇਰੇ ਆਕਾ, ਕਹਿਰੇਬਾ ਦੇ ਰਾਜਕੁਮਾਰ ਦੇ ਮਹਿਲ ਵਿੱਚ ਤੁਹਾਡਾ ਸਵਾਗਤ ਹੈ। ਅੰਦਰ ਆ ਜਾਓ ਪਲੀਜ਼। ਮਹਾਰਾਜ, ਮਹਾਰਾਣੀ, ਰਾਜਕੁਮਾਰੀ ਅਤੇ ਰਾਜਕੁਮਾਰ ਤਾਰੀਫ ਭਰੀਆਂ ਨਜ਼ਰਾਂ ਨਾਲ ਮਹਿਲ ਨੂੰ ਵੇਖਣ ਲੱਗੇ। ਮਹਿਲ ਦੇ ਅੰਦਰ ਜਾਂਦੇ ਸਮੇਂ ਮਹਾਰਾਣੀ ਨੇ ਰਾਜਕੁਮਾਰ ਤੋਂ ਪੁੱਛਿਆ, ਮੇਰੇ ਪਿਆਰੇ ਰਾਜਕੁਮਾਰ, ਕੀ ਤੇਰਾ ਵਿਆਹ ਹੋ ਚੁੱਕਿਆ ਹੈ? ਨਹੀਂ ਮਹਾਰਾਣੀ ਜੀ, ਜੇ ਤੁਸੀਂ ਆਗਿਆ ਦਿਓ ਤਾਂ ਮੈਂ ਤੁਹਾਡੀ ਖੂਬਸੂਰਤ ਬੇਟੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇੱਕ ਵੱਡੀ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਸੀ ਉਸ ਮਹਿਲ ਵਿੱਚ। ਅਤੇ ਫਿਰ ਰਾਜਕੁਮਾਰ ਤੇ ਰਾਜਕੁਮਾਰੀ ਦਾ ਵਿਆਹ ਹੋਇਆ। ਵੇਖਿਆ ਮਾਲਕ, ਮੈਂ ਕਿਹਾ ਸੀ ਨਾ, ਮੈਂ ਬਹੁਤ ਹੀ ਕੀਮਤੀ ਚੀਜ਼ਾਂ। ਉਸ ਦਿਨ ਤੋਂ ਪੁੱਸ ਇਨ ਬੂਟਸ ਆਪਣੇ ਮਾਲਕ ਦਾ ਸਭ ਤੋਂ ਵਫਾਦਾਰ ਸੇਵਕ ਬਣ ਗਿਆ ਅਤੇ ਉਹ ਸਾਰੇ ਉਸ ਮਹਿਲ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗੇ। ਇੱਕ ਜੰਗਲ ਵਿੱਚ ਇੱਕ ਬਦਸ਼ਕਲਾ ਚੂਹਾ ਰਹਿੰਦਾ ਸੀ। ਉਹ ਉਸ ਮਾਮਲੇ ਵਿੱਚ ਭੇੜੀਆ, ਲੋਮੜੀ ਅਤੇ ਖੁਦ ਤੋਂ ਵੀ ਬਹੁਤ ਡਰਦਾ ਸੀ। ਜੇ ਹਵਾ ਦੇ ਚੱਲਣ ਨਾਲ ਪੇੜ ਦੀ ਕੋਈ ਟਹਿਣੀ ਟੁੱਟ ਜਾਂਦੀ ਤਾਂ ਉਹ ਉਸ ਸੁਰਾਖ ਦੇ ਚਾਰੋਂ ਪਾਸੇ ਵੇਖਦਾ ਜਿੱਥੇ ਉਹ ਲੁਕ ਸਕੇ। ਇਸੇ ਕਰਕੇ ਬਾਕੀ ਸਾਰੇ ਛੋਟੇ ਜਾਨਵਰ ਉਹਦਾ ਮਖੌਲ ਉਡਾਉਂਦੇ ਸੀ। ਉਹ ਕਿੰਨਾ ਡਰਿਆ ਹੋਇਆ ਹੈ। ਤੂੰ ਹਵਾ ਤੋਂ ਵੀ ਡਰਦਾ ਹੈ? ਤੂੰ ਬਹੁਤ ਡਰਿਆ ਹੋਇਆ ਹੈ। ਤੂੰ ਬਹੁਤ ਡਰਿਆ ਹੋਇਆ ਹੈ। ਤੂੰ ਬਹੁਤ ਡਰਿਆ ਹੋਇਆ ਹੈ। ਇੱਕ ਦਿਨ ਚੂਹਾ ਚੰਗੀ ਤਰ੍ਹਾਂ ਤਿਆਰੀ ਕਰਕੇ ਜੰਗਲ ਦੇ ਰਾਜਾ ਸ਼ੇਰ ਨੂੰ ਮਿਲਣ ਗਿਆ। ਸ਼ੇਰ ਨੇ ਹੁਣੇ-ਹੁਣੇ ਖਾਣਾ ਖਾਧਾ ਸੀ ਅਤੇ ਉਹ ਆਪਣੀ ਗੁਫਾ ਦੇ ਸਾਹਮਣੇ ਝਪਕੀ ਲੈ ਰਿਹਾ ਸੀ। ਚੂਹੇ ਨੇ ਕਿਹੜੀ ਯੋਜਨਾ ਬਣਾਈ ਹੋਏਗੀ, ਇਹ ਜਾਣਨ ਦੇ ਲਈ ਉਹਦੇ ਦੋਸਤ ਬਹੁਤ ਉਤਾਵਲੇ ਸੀ। ਚੂਹੇ ਨੇ ਸ਼ੇਰ ਦੀ ਪੁੱਛ ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਉਹ ਸ਼ੇਰ ਦੀ ਪਿੱਠ ਤੇ ਵੀ ਚੜ੍ਹ ਗਿਆ। ਆਪਣੇ ਚਿਹਰੇ ਤੇ ਬਹੁਤ ਹੀ ਆਤਮ ਵਿਸ਼ਵਾਸ ਦੇ ਨਾਲ ਉਹਨੇ ਆਪਣੇ ਦੋਸਤਾਂ ਨੂੰ ਇੱਕ ਪੋਜ਼ ਦਿੱਤਾ। ਭਾਵੇਂ ਉਹ ਬਹੁਤ ਡਰ ਗਿਆ ਸੀ, ਪਰ ਉਹ ਅਜਿਹਾ ਕੁਝ ਵਿਖਾ ਨਹੀਂ ਰਿਹਾ ਸੀ। ਉਸੇ ਵੇਲੇ ਸ਼ੇਰ ਜਾਗ ਗਿਆ ਅਤੇ ਜਿਵੇਂ ਹੀ ਉਹਨੇ ਫਰ ਨੂੰ ਹਿਲਾਇਆ, ਚੂਹਾ ਥੱਲੇ ਡਿੱਗ ਪਿਆ। ਚੂਹਾ ਤੇ ਸ਼ੇਰ ਦੋਹਾਂ ਦੀਆਂ ਨਜ਼ਰਾਂ ਮਿਲੀਆਂ। ਬਾਕੀ ਸਾਰੇ ਜਾਨਵਰ ਚਿੰਤਾ ਵਿੱਚ ਪੈ ਗਏ। ਓਏ ਤੇਰੀ ਤਾਂ ਹੁਣ ਸ਼ੇਰ ਚੂਹੇ ਨੂੰ ਨਿਕਲ ਜਾਊਗਾ। ਬਹੁਤ ਹਿੰਮਤ ਹੈ, ਬਹੁਤ ਦਲੇਰ ਹੈ। ਤੂੰ ਮੇਰੀ ਪਿੱਠ ਤੇ ਬੈਠ ਕੇ ਕੀ ਕਰ ਰਿਹਾ ਹੈ? ਜੰਗਲ ਦੇ ਰਾਜਾ, ਮਿਹਰਬਾਨੀ ਕਰਕੇ ਮੈਨੂੰ ਖਾਈ ਨਾ। ਮੈਂ ਤਾਂ ਸਭ ਤੋਂ ਜ਼ਿਆਦਾ ਡਰਿਆ ਹੋਇਆ ਹੈ ਤੇ ਕਮਜ਼ੋਰ ਵੀ ਹਾਂ। ਮੇਰਾ ਤਾਂ ਜੀਵਨ ਹੀ ਡਰਿਆ ਹੋਇਆ ਹੈ। ਜੇ ਪੇੜ ਤੋਂ ਪੱਤਾ ਵੀ ਡਿੱਗਦਾ ਹੈ ਤਾਂ ਮੈਂ ਡਰ ਜਾਣਾ। ਮੈਂ ਇਸ ਤੋਂ ਤੰਗ ਆ ਗਿਆ। ਮੈਂ ਇਸ ਡਰ ਤੋਂ ਛੁਟਕਾਰਾ ਪਾਉਣਾ ਚਾਹੁੰਦਾ। ਤੁਸੀਂ ਤਾਂ ਇੱਕ ਜੰਗਲ ਦੇ ਰਾਜਾ ਹੋ। ਤੁਹਾਡੀ ਸਿਰਫ ਦਹਾੜ ਨਾਲੇ ਸਾਰੇ ਜਾਨਵਰ ਡਰ ਜਾਂਦੇ ਨੇ ਕਿ ਤੁਸੀਂ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓਗੇ। ਸ਼ੇਰ ਨੇ ਚੁੱਪ-ਚਾਪ ਚੂਹੇ ਦੀ ਗੱਲ ਸੁਣੀ। ਚੂਹਾ ਸੋਚ ਰਿਹਾ ਸੀ ਸ਼ੇਰ ਦਾ ਜਵਾਬ ਕੀ ਹੋਵੇਗਾ। ਪਰ ਮੈਂ ਤੇਰੀ ਮਦਦ ਕਿਉਂ ਕਰਾਂ? ਮੈਨੂੰ ਬਸ ਇੱਕ ਕਾਰਨ ਦੱਸ ਦੇ ਕਿ ਮੈਂ ਤੈਨੂੰ ਕਿਉਂ ਨਾ ਖਾਵਾਂ। ਤੁਹਾਡੀ ਮਦਦ ਵਾਪਸ ਆ ਜਾਵੇਗੀ, ਮੈਂ ਵਾਅਦਾ ਕਰਦਾ ਹਾਂ। ਸ਼ਾਇਦ ਇੱਕ ਦਿਨ ਮੈਂ ਤੁਹਾਡੀ ਮਦਦ ਕਰਾਂਗਾ। ਜਿਵੇਂ ਹੀ ਚੂਹੇ ਨੇ ਆਪਣੀ ਗੱਲ ਪੂਰੀ ਕੀਤੀ, ਸ਼ੇਰ ਦਹਾੜਦੇ ਹੋਏ ਬੋਲਿਆ, ਹਾਂ, ਤੂੰ ਇੱਕ ਛੋਟਾ ਜਿਹਾ ਚੂਹਾ ਹੈ। ਤੂੰ ਮੇਰੀ ਮਦਦ ਕੀ ਕਰ ਸਕਦਾ ਹੈ?
ਪਰ ਆਪਣੇ ਸਾਹਮਣੇ ਛੋਟੇ ਜਿਹੇ ਚੂਹੇ ਨੂੰ ਕੰਬਦਾ ਵੇਖ ਸ਼ੇਰ ਨੇ ਉਹਨੂੰ ਨਾ ਖਾਣ ਦਾ ਫੈਸਲਾ ਕੀਤਾ। ਰੱਬ ਦਾ ਸ਼ੁਕਰ ਮਨਾ, ਮੇਰਾ ਢਿੱਡ ਭਰਿਆ ਹੋਇਆ ਹੈ, ਹੁਣ ਮੇਰੀ ਨਜ਼ਰਾਂ ਤੋਂ ਦੂਰ ਹੋ ਜਾ। ਚੂਹਾ ਉੱਥੋਂ ਭੱਜਦਾ ਹੋਇਆ ਗਿਆ। ਦੂਰ ਤੋਂ ਜੋ ਕੁਝ ਵੀ ਹੋ ਰਿਹਾ ਸੀ ਉਹਨੂੰ ਵੇਖ ਕੇ ਚੂਹੇ ਦੇ ਦੋਸਤ ਸੱਚੀ ਮੁੱਚੀ ਬੜੇ ਹੈਰਾਨ ਸੀ। ਕੁਝ ਸਮਾਂ ਬੀਤ ਚੁੱਕਿਆ ਸੀ। ਸ਼ੇਰ ਨੂੰ ਭੁੱਖ ਲੱਗੀ ਅਤੇ ਉਸਨੇ ਜੰਗਲ ਦੇ ਚਾਰੇ ਪਾਸੇ ਘੁੰਮਣਾ ਸ਼ੁਰੂ ਕਰ ਦਿੱਤਾ, ਪਰ ਉਹ ਸ਼ਿਕਾਰੀ ਦੇ ਜਾਲ ਨੂੰ ਨਹੀਂ ਵੇਖ ਸਕਿਆ ਤੇ ਫੜਿਆ ਗਿਆ। ਉਹ ਇੱਕ ਵੱਡੇ ਜਿਹੇ ਜਾਲ ਵਿੱਚ ਹਵਾ ਵਿੱਚ ਲਟਕ ਰਿਹਾ ਸੀ। ਉਹਨੇ ਜਾਲ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਨਹੀਂ ਕਰ ਸਕਿਆ। ਉਹ ਜੰਗਲ ਦਾ ਰਾਜਾ ਸੀ, ਇਸ ਲਈ ਜੇ ਉਹ ਮਦਦ ਦੇ ਲਈ ਪੁਕਾਰਦਾ ਤਾਂ ਇਸ ਵਿੱਚ ਉਹਦੀ ਬੇਇੱਜ਼ਤੀ ਸੀ, ਤੇ ਜੇ ਸ਼ਿਕਾਰੀ ਸੁਣ ਲੈਂਦੇ ਤਾਂ ਉਹਨੂੰ ਫਟਾਫਟ ਭੱਜੇ ਹੋਏ ਲੈਣ ਆ ਜਾਂਦੇ। ਇਹ ਸੋਚ ਕੇ ਉਹਨੇ ਇੰਤਜ਼ਾਰ ਕਰਨਾ ਸ਼ੁਰੂ ਕੀਤਾ। ਇਸੇ ਦਰਮਿਆਨ ਜੰਗਲ ਦੇ ਬਾਕੀ ਜਾਨਵਰਾਂ ਨੇ ਸ਼ੇਰ ਨੂੰ ਵੇਖਿਆ, ਪਰ ਕਿਸੇ ਨੇ ਵੀ ਉਹਦੇ ਕੋਲ ਜਾਣ ਦੀ ਹਿੰਮਤ ਨਹੀਂ ਕੀਤੀ। ਉਸੇ ਵੇਲੇ ਉਹ ਚੂਹਾ ਉੱਥੋਂ ਲੰਘਿਆ ਤੇ ਉਹਨੇ ਉਹਦੀ ਮਦਦ ਕਰਨ ਦਾ ਫੈਸਲਾ ਕੀਤਾ। ਉਹ ਸਿੱਧੇ ਉਹਦੇ ਕੋਲ ਚਲਾ ਗਿਆ। ਉਹਨੇ ਸ਼ੇਰ ਦੀ ਲੰਮੀ ਪੂਛ ਤੇ ਚੜ੍ਹਨਾ ਸ਼ੁਰੂ ਕੀਤਾ ਤੇ ਜਦ ਉਹ ਜਾਲ ਦੇ ਕੋਲ ਪਹੁੰਚਿਆ ਤਾਂ ਉਹਨੇ ਉਹਨੂੰ ਕੱਟਣਾ ਸ਼ੁਰੂ ਕਰ ਦਿੱਤਾ। ਉਸੇ ਵੇਲੇ ਬੰਨੀ ਵੀ ਉੱਥੇ ਆ ਗਿਆ। ਓਏ ਦੋਸਤ, ਛੇਤੀ ਕਰੋ, ਸ਼ਿਕਾਰੀ ਆ ਰਹੇ ਨੇ। ਬਾਕੀ ਜਾਨਵਰ ਜੋ ਉੱਥੇ ਇਕੱਠੇ ਹੋਏ ਸੀ ਅਚਾਨਕ ਸ਼ਿਕਾਰੀ ਦੀ ਆਵਾਜ਼ ਸੁਣ ਕੇ ਉੱਥੋਂ ਭੱਜਣਾ ਸ਼ੁਰੂ ਹੋ ਗਏ, ਪਰ ਚੂਹਾ ਬੇਖੌਫ ਹੋ ਕੇ ਜਾਲ ਨੂੰ ਕੱਟਦਾ ਰਿਹਾ। ਆਖਰਕਾਰ ਜਾਲ ਅਲੱਗ ਹੋ ਗਿਆ ਤੇ ਸ਼ੇਰ ਥੱਲੇ ਡਿੱਗ ਪਿਆ ਤੇ ਉੱਥੋਂ ਦੂਰ ਭੱਜ ਗਿਆ। ਚੱਲ ਮੇਰੀ ਪਿੱਠ ਤੇ ਬਹਿ ਜਾ, ਅਸੀਂ ਇੱਥੋਂ ਨਿਕਲ ਜਾਂਦੇ ਹਾਂ। ਚੂਹਾ ਸ਼ੇਰ ਦੀ ਪਿੱਠ ਤੇ ਬਹਿ ਗਿਆ ਤੇ ਉਹ ਉੱਥੋਂ ਦੂਰ ਭੱਜ ਗਏ। ਗੁਫਾ ਤੱਕ ਪਹੁੰਚਦੇ ਪਹੁੰਚਦੇ ਸ਼ੇਰ ਦਾ ਸਾਹ ਫੁੱਲ ਗਿਆ ਸੀ। ਸ਼ੇਰ ਗੋਡਿਆਂ ਭਰ ਥੱਲੇ ਬੈਠਿਆ ਤੇ ਚੂਹਾ ਛਾਲ ਮਾਰ ਕੇ ਉੱਤਰ ਗਿਆ। ਜਦੋਂ ਤੂੰ ਮੈਨੂੰ ਕਿਹਾ ਸੀ ਕਿ ਮੈਂ ਇੱਕ ਦਿਨ ਤੇਰੀ ਮਦਦ ਕਰਾਂਗਾ ਤਾਂ ਮੈਂ ਤੇਰੀ ਗੱਲ ਤੇ ਯਕੀਨ ਨਹੀਂ ਕੀਤਾ ਸੀ। ਮੈਨੂੰ ਲੱਗਿਆ ਕਿ ਤੂੰ ਇੱਕ ਛੋਟਾ ਜਿਹਾ ਚੂਹਾ ਹੈ, ਤੂੰ ਮੇਰੇ ਕਿਸ ਕੰਮ ਆ ਸਕਦਾ ਹੈ, ਪਰ ਅੱਜ ਤੂੰ ਮੇਰੀ ਜਾਨ ਬਚਾਈ, ਧੰਨਵਾਦ। ਇਸ ਵਿੱਚ ਮੇਰੀ ਖੁਸ਼ਨਸੀਬੀ ਹੈ ਰਾਜਨ। ਹੁਣ ਤੈਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ। ਅਸਲ ਵਿੱਚ ਤੈਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਤੂੰ ਇੱਕ ਬਹਾਦਰ ਚੂਹਾ ਹੈ। ਜੇ ਮੈਂ ਜੰਗਲ ਦਾ ਰਾਜਾ ਹਾਂ ਤਾਂ ਹੁਣ ਤੋਂ ਤੂੰ ਮੇਰਾ ਬਹਾਦਰ ਰਾਜਕੁਮਾਰ ਹੈ। ਹਾਂ। ਸ਼ੇਰ ਤੇ ਚੂਹਾ ਰਲ ਕੇ ਹੱਸਣ ਲੱਗ ਪਏ। ਬਾਕੀ ਸਾਰੇ ਜਾਨਵਰ ਜਿਹੜੇ ਦੂਰ ਖੜੇ ਹੋਏ ਲੋਕ ਕੇ ਸਭ ਵੇਖ ਰਹੇ ਸੀ ਨਿਕਲ ਕੇ ਬਾਹਰ ਆਏ ਤੇ ਬਹਾਦਰ ਚੂਹੇ ਦੀਆਂ ਤਾਰੀਫਾਂ ਕਰਨ ਲੱਗੇ। ਸ਼ੇਰ ਤੇ ਚੂਹਾ ਹੁਣ ਪੱਕੇ ਦੋਸਤ ਬਣ ਗਏ ਸੀ ਤੇ ਜੰਗਲ ਵਿੱਚ ਹਮੇਸ਼ਾ ਦੇ ਲਈ ਸ਼ਾਂਤੀ ਬਣ ਗਈ ਸੀ। ਇੱਕ ਜੰਗਲ ਵਿੱਚ ਇੱਕ ਖਰਗੋਸ਼ ਰਹਿੰਦਾ ਸੀ। ਪੂਰਾ ਦਿਨ ਉਹ ਕੁੱਦਦਾ ਰਹਿੰਦਾ ਅਤੇ ਖੁਦ ਦੀਆਂ ਤਾਰੀਫਾਂ ਕਰਦਾ ਰਹਿੰਦਾ। ਉਹ ਇਸ ਗੱਲ ਦੇ ਬਾਰੇ ਗੱਲਾਂ ਕਰਨਾ ਜ਼ਿਆਦਾ ਪਸੰਦ ਕਰਦਾ ਸੀ ਕਿ ਉਹ ਬਾਕੀ ਜਾਨਵਰਾਂ ਤੋਂ ਕਿੰਨਾ ਤੇਜ਼ ਸੀ। ਮੈਂ ਇਸ ਜੰਗਲ ਦਾ ਸਭ ਤੋਂ ਤੇਜ਼ ਜਾਨਵਰ ਹਾਂ। ਕੀ ਕੋਈ ਮੇਰੇ ਨਾਲ ਦੌੜ ਲਗਾਉਣਾ ਚਾਹੇਗਾ? ਉਹ ਵਾਕਈ ਆਪਣੇ ਬਹੁਤ ਵੱਡੇ ਪੈਰਾਂ ਨਾਲ ਤੇਜ਼-ਤੇਜ਼ ਦੌੜਦਾ ਸੀ। ਬਾਕੀ ਜਾਨਵਰ ਉਹਦੇ ਦਿਖਾਵੇ ਤੋਂ ਨਫ਼ਰਤ ਕਰਦੇ ਸੀ। ਉਹ ਕਹਿੰਦਾ ਸੀ ਕਿ ਉਹਨਾਂ ਨੇ ਕਦੇ ਵੀ ਦੌੜ ਨਹੀਂ ਜਿੱਤੀ। ਹਾਂ, ਮੈਂ ਫੇਰ ਤੋਂ ਜਿੱਤਾਂਗਾ ਕਿਉਂਕਿ ਮੈਂ ਤੇਜ਼ ਹਾਂ। ਖਰਗੋਸ਼ ਜਿੱਥੇ ਵੀ ਜਾਂਦਾ ਇਹੀ ਕਹਿੰਦਾ, ਮੈਂ ਇੰਨਾ ਤੇਜ਼ ਹਾਂ ਕਿ ਕੋਈ ਵੀ ਮੈਨੂੰ ਹਰਾ ਨਹੀਂ ਸਕਦਾ। ਉਸ ਦੇ ਬੋਲ ਜੰਗਲ ਦੇ ਬਾਕੀ ਸਾਰੇ ਜਾਨਵਰਾਂ ਨੂੰ ਪਰੇਸ਼ਾਨ ਕਰ ਦਿੰਦੇ ਸੀ। ਠੀਕ ਹੈ, ਉਹ ਤੇਜ਼ ਹੋ ਸਕਦਾ ਹੈ, ਪਰ ਬਾਰ-ਬਾਰ ਆਪਣੀ ਬੜਾਈ ਮਾਰਨਾ ਵੀ ਚੰਗੀ ਗੱਲ ਨਹੀਂ ਹੈ। ਕਿਸੇ ਨਾ ਕਿਸੇ ਨੂੰ ਉਹਨੂੰ ਸਬਕ ਸਿਖਾਉਣਾ ਹੀ ਚਾਹੀਦਾ ਹੈ। ਜੰਗਲ ਦੇ ਸਾਰੇ ਜਾਨਵਰਾਂ ਦੇ ਵਿੱਚ ਜਿਸ ਗੱਲ ਦੀ ਚਰਚਾ ਹੋਈ ਸੀ ਉਹ ਕਛੂਏ ਤੱਕ ਵੀ ਜਾ ਪਹੁੰਚੀ ਕਿ ਕਛੂਆ ਬਹੁਤ ਹੌਲੀ ਚੱਲਦਾ ਹੈ, ਇਸ ਕਰਕੇ ਉਸ ਨੂੰ ਉੱਥੇ ਪਹੁੰਚਣ ਵਿੱਚ ਪੂਰਾ ਦਿਨ ਲੱਗ ਜਾਂਦਾ ਹੈ ਜਿੱਥੇ ਖਰਗੋਸ਼ 1 ਮਿੰਟ ਵਿੱਚ ਪਹੁੰਚ ਜਾਵੇਗਾ।
ਕਛੂਏ ਦੀ ਇੱਛਾ ਸੀ ਕਿ ਉਸ ਦਾ ਕਿਸੇ ਦਿਨ ਖਰਗੋਸ਼ ਨਾਲ ਸਾਹਮਣਾ ਹੋਵੇ। ਉਹ ਦੂਜੇ ਜਾਨਵਰਾਂ ਕੋਲ ਗਿਆ ਤੇ ਕਿਹਾ ਕਿ ਉਹ ਖਰਗੋਸ਼ ਨਾਲ ਦੌੜ ਲਗਾਉਣਾ ਚਾਹੁੰਦਾ ਹੈ। ਕੀ ਤੂੰ ਉਸ ਦੇ ਨਾਲ ਦੌੜੇਗਾ? ਸਭ ਤੋਂ ਤੇਜ਼ ਜਾਨਵਰ ਵੀ ਖਰਗੋਸ਼ ਤੋਂ ਜਿੱਤ ਨਹੀਂ ਸਕਿਆ, ਤੂੰ ਕਿਵੇਂ ਜਿੱਤੇਗਾ? ਤੁਸੀਂ ਉਹ ਸਭ ਮੇਰੇ ਤੇ ਛੱਡ ਦਿਓ। ਕਛੂਆ ਖਰਗੋਸ਼ ਦੇ ਕੋਲ ਗਿਆ। ਹੋਰ ਕੀ ਹਾਲ ਚਾਲ ਹੈ ਖਰਗੋਸ਼? ਮੈਂ ਤੈਨੂੰ ਹੀ ਲੱਭ ਰਿਹਾ ਸੀ। ਉਤਸੁਕਤਾ ਨਾਲ ਖਰਗੋਸ਼ ਨੇ ਪੁੱਛਿਆ, ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਮੈਂ ਸੁਣਿਆ ਹੈ ਕਿ ਤੁਸੀਂ ਜੰਗਲ ਦੇ ਸਭ ਤੋਂ ਤੇਜ਼ ਦੌੜਨ ਵਾਲੇ ਜਾਨਵਰ ਹੋ। ਵੈਸੇ ਅਸਲ ਵਿੱਚ ਇਹ ਤੁਹਾਡੀ ਸੋਚ ਹੈ, ਪਰ ਇਸ ਨੂੰ ਸਾਬਿਤ ਕਰਨ ਦੇ ਲਈ ਮੈਂ ਤੁਹਾਡੇ ਨਾਲ ਦੌੜਨਾ ਚਾਹਾਂਗਾ। ਚਲੋ ਵੇਖਦੇ ਹਾਂ ਕਿ ਕੌਣ ਤੇਜ਼ ਹੈ। ਜਿਵੇਂ ਹੀ ਕਛੂਏ ਦਾ ਬੋਲਣਾ ਪੂਰਾ ਹੋਇਆ, ਖਰਗੋਸ਼ ਇੰਨੀ ਜ਼ੋਰ ਨਾਲ ਹੱਸਿਆ ਕਿ ਪੂਰੇ ਜੰਗਲ ਦੇ ਜਾਨਵਰਾਂ ਨੇ ਉਹਦੀ ਆਵਾਜ਼ ਸੁਣੀ। ਤੂੰ ਮੇਰੇ ਨਾਲ ਔਰ ਦੌੜੇਗਾ? ਕੀ ਤੂੰ ਮਜ਼ਾਕ ਕਰ ਰਿਹਾ ਹੈ? ਤੂੰ ਮੈਨੂੰ ਹਰਾ ਸਕੇ ਨਾਮੁਮਕਿਨ ਹੈ। ਤੂੰ ਹਜੇ ਕਦਮ ਚੁੱਕੇਗਾ ਤੇ ਮੇਰੀ ਦੌੜ ਵੀ ਮੁੱਕ ਜਾਏਗੀ। ਠੀਕ ਹੈ, ਜਦੋਂ ਤੱਕ ਅਸੀਂ ਦੌੜ ਨਹੀਂ ਲਾਵਾਂਗੇ ਇਸ ਦਾ ਫੈਸਲਾ ਨਹੀਂ ਹੋ ਸਕੇਗਾ। ਠੀਕ ਹੈ, ਤਾਂ ਤਿਆਰ ਨਹੀਂ, ਅਸੀਂ ਕੱਲ ਸਵੇਰੇ ਦੌੜ ਲਾਵਾਂਗੇ। ਜਿਵੇਂ ਹੀ ਕਛੂਏ ਨੇ ਚੱਲਣਾ ਸ਼ੁਰੂ ਕੀਤਾ, ਖਰਗੋਸ਼ ਹੱਸਦਾ ਰਿਹਾ। ਅਗਲੀ ਸਵੇਰ ਜਦੋਂ ਜਾਨਵਰ ਦੌੜ ਕੇ ਮੈਦਾਨ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਕਛੂਆ ਸ਼ੁਰੂਆਤੀ ਰੇਖਾ ਤੇ ਇੰਤਜ਼ਾਰ ਕਰ ਰਿਹਾ, ਜਾਣ ਦੇ ਲਈ ਤਿਆਰ ਹੋ ਕੇ। ਖੁਦ ਤੇ ਉਹਨੂੰ ਪੂਰਾ ਭਰੋਸਾ ਸੀ ਅਤੇ ਉਹ ਮੁਸਕਰਾ ਰਿਹਾ ਸੀ। ਮਿਹਰਬਾਨੀ ਕਰਕੇ ਮੈਨੂੰ ਦੱਸ, ਤੂੰ ਖਰਗੋਸ਼ ਨੂੰ ਕਿਵੇਂ ਹਰਾਵੇਂਗਾ? ਜੇ ਵਾਕਈ ਉਸ ਨੂੰ ਬਹੁਤ ਘਮੰਡ ਹੈ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਬੜਾ ਦਿਖਾਵੇਬਾਜ਼ ਹੈ, ਤਾਂ ਇਹ ਦੌੜ ਬਿਲਕੁਲ ਵੀ ਔਖੀ ਨਹੀਂ ਹੋਵੇਗੀ। ਆਪਣੇ ਹਮੇਸ਼ਾ ਵਾਲੇ ਰਵੱਈਏ ਦੇ ਨਾਲ ਹੱਥ ਵਿੱਚ ਗਾਜਰ ਫੜੇ ਹੋਏ ਖਰਗੋਸ਼ ਦਾ ਦੌੜ ਮੈਦਾਨ ਵਿੱਚ ਆਣਾ ਹੋਇਆ। ਚਲੋ ਦੌੜੀਏ ਤੇ ਖਤਮ ਕਰੀਏ, ਮੈਂ ਹਜੇ ਨਾਸ਼ਤਾ ਵੀ ਨਹੀਂ ਕੀਤਾ ਹੈ। ਆਪਣੀ ਸਾਰੀ ਤਿਆਰੀ ਖਤਮ ਕਰਕੇ ਉਹ ਸ਼ੁਰੂਆਤੀ ਪੁਆਇੰਟ ਤੇ ਪਹੁੰਚੇ। ਜੋ ਵੀ ਸਭ ਤੋਂ ਪਹਿਲਾਂ ਇਸ ਰੇਖਾ ਦੇ ਕੋਲ ਪਹੁੰਚੇਗਾ ਉਹੀ ਜਿੱਤੇਗਾ। ਤੇ ਆਖਰਕਾਰ ਦੌੜ ਸ਼ੁਰੂ ਹੋਈ। ਇੱਕ ਤੀਰ ਦੀ ਤਰ੍ਹਾਂ ਬਸ ਖਰਗੋਸ਼ ਜਿਵੇਂ ਉੱਡ ਗਿਆ। ਦੂਜੇ ਪਾਸੇ ਕਛੂਏ ਨੇ ਹੌਲੀ-ਹੌਲੀ ਚੱਲਣਾ ਸ਼ੁਰੂ ਕੀਤਾ। ਵਾਹ, ਖਰਗੋਸ਼ ਦਾ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ ਸੀ। ਜੋ ਜਾਨਵਰ ਦੌੜ ਵੇਖ ਰਹੇ ਸੀ, ਉਹਨਾਂ ਨੂੰ ਲੱਗਿਆ ਕਿ ਕਛੂਆ ਤਾਂ ਹਾਰਨ ਹੀ ਵਾਲਾ ਹੈ। ਤੇਜ਼ ਦੌੜਨ ਤੋਂ ਬਾਅਦ ਖਰਗੋਸ਼ ਰੁਕ ਗਿਆ ਅਤੇ ਉਸਨੇ ਪਿੱਛਾਂ ਵੱਲ ਨਜ਼ਰ ਮਾਰੀ ਤਾਂ ਉਹਨੂੰ ਕੋਈ ਨਜ਼ਰ ਨਹੀਂ ਆ ਰਿਹਾ ਸੀ। ਇੰਜ ਲੱਗਦਾ ਹੈ ਕਿ ਕਛੂਏ ਨੂੰ ਦੌੜ ਖਤਮ ਕਰਨ ਵਿੱਚ ਰਾਤ ਹੋ ਜਾਵੇਗੀ। ਬਿਹਤਰ ਹੈ ਕਿ ਮੈਂ ਇੱਥੇ ਬਹਿ ਕੇ ਆਪਣੀ ਗਾਜਰ ਖਤਮ ਕਰ ਲਵਾਂ। ਖਰਗੋਸ਼ ਨੇ ਆਪਣੀ ਗਾਜਰ ਖਾ ਲਈ। ਸੜਕ ਤੇ ਵੇਖਿਆ, ਦੂਰੋਂ ਉਹਨੂੰ ਆਂਦਾ ਹੋਇਆ ਕਛੂਆ ਨਜ਼ਰ ਆਇਆ। ਇੱਕ ਮੁਸਕਰਾਹਟ ਦੇ ਨਾਲ ਉਹ ਖੜਾ ਹੋਇਆ ਤੇ ਦੌੜਨ ਲੱਗਾ। ਖਰਗੋਸ਼ ਤਕਰੀਬਨ ਅੰਤਮ ਪੁਆਇੰਟ ਤੱਕ ਪਹੁੰਚ ਗਿਆ ਸੀ। ਨਾਸ਼ਤੇ ਤੋਂ ਬਾਅਦ ਹੁਣ ਮੈਨੂੰ ਆਲਸ ਜਿਹਾ ਹੋ ਰਿਹਾ ਹੈ। ਮੈਂ ਇਸ ਪੇੜ ਦੇ ਥੱਲੇ ਬਹਿ ਕੇ ਇੱਕ ਝਪਕੀ ਲਾ ਲੈਣਾ। ਇੱਕ ਆਤਮ ਵਿਸ਼ਵਾਸ ਦੇ ਨਾਲ ਕਿ ਉਹ ਤਾਂ ਇਹ ਦੌੜ ਜਿੱਤਣ ਹੀ ਵਾਲਾ ਹੈ, ਖਰਗੋਸ਼ ਸੌਂ ਗਿਆ। ਕਛੂਏ ਨੇ ਬਹੁਤ ਹੌਲੀ-ਹੌਲੀ ਚੱਲਣਾ ਜਾਰੀ ਰੱਖਿਆ ਤੇ ਉਹ ਵੀ ਪੂਰੇ ਆਤਮ ਵਿਸ਼ਵਾਸ ਦੇ ਨਾਲ। ਆਖਰਕਾਰ ਉਹ ਖਰਗੋਸ਼ ਦੇ ਕੋਲ ਪਹੁੰਚਿਆ। ਉਸਨੇ ਵੇਖਿਆ ਕਿ ਖਰਗੋਸ਼ ਗਹਿਰੀ ਨੀਂਦ ਵਿੱਚ ਸੀ। ਬਿਨਾਂ ਰੁਕੇ ਉਹ ਆਪਣੇ ਰਸਤੇ ਤੇ ਚੱਲਦਾ ਰਿਹਾ। ਥੋੜੀ ਦੇਰ ਬਾਅਦ ਖਰਗੋਸ਼ ਉੱਠ ਗਿਆ। ਜਦ ਉਸਨੂੰ ਦੂਰ ਤੱਕ ਕਛੂਆ ਕਿਧਰੇ ਨਜ਼ਰ ਨਹੀਂ ਆਇਆ। ਕਛੂਆ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਹੈ। ਸ਼ਾਇਦ ਉਹਨੇ ਆਪਣੀ ਦੌੜ ਛੱਡ ਦਿੱਤੀ ਹੋਣੀ ਹੈ। ਮੈਨੂੰ ਹੁਣ ਆਪਣੀ ਦੌੜ ਖਤਮ ਕਰਨੀ ਚਾਹੀਦੀ ਹੈ। ਖਰਗੋਸ਼ ਹੌਲੀ-ਹੌਲੀ ਆਖਰੀ ਪੁਆਇੰਟ ਤੱਕ ਪਹੁੰਚ ਹੀ ਰਿਹਾ ਸੀ ਤਾਂ ਕੀ ਵੇਖਦਾ, ਕਛੂਏ ਨੇ ਉਹਨੂੰ ਪਿੱਛੇ ਛੱਡ ਦਿੱਤਾ ਸੀ।
ਬਸ ਹੁਣ ਉਹ ਦੌੜ ਖਤਮ ਹੀ ਕਰਨ ਵਾਲਾ ਸੀ। ਆਪਣੀ ਪੂਰੀ ਤਾਕਤ ਦੇ ਨਾਲ ਉਸਨੇ ਕਛੂਏ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਛੂਆ ਦੌੜ ਜਿੱਤ ਚੁੱਕਿਆ ਸੀ। ਫਿਨਿਸ਼ਿੰਗ ਲਾਈਨ ਤੇ ਇੰਤਜ਼ਾਰ ਕਰ ਰਹੇ ਕੁਝ ਜਾਨਵਰ ਬੇਹੱਦ ਖੁਸ਼ ਸੀ। ਸਾਰੇ ਜਾਨਵਰ ਕਛੂਏ ਨੂੰ ਹਵਾ ਵਿੱਚ ਬੜੇ ਉਤਸ਼ਾਹ ਨਾਲ ਉਛਾਲ ਰਹੇ ਸੀ, ਜਦਕਿ ਖਰਗੋਸ਼ ਬੜੀ ਉਦਾਸੀ ਦੇ ਨਾਲ ਕੋਨੇ ਵਿੱਚ ਖੜਾ ਸੀ। ਦੌੜ ਦਾ ਵਿਜੇਤਾ ਕਛੂਆ ਖਰਗੋਸ਼ ਕੋਲ ਗਿਆ। ਖਰਗੋਸ਼ ਮਹਾਰਾਜ, ਜ਼ਰੂਰੀ ਇਹ ਹੈ ਕਿ ਤੁਸੀਂ ਜੋ ਕੁਝ ਵੀ ਕਰੋ ਲਗਨ ਨਾਲ ਕਰੋ। ਸ਼ੇਖੀ ਮਾਰਨਾ ਤੇ ਖੁਦ ਨਾਲ ਪਿਆਰ ਕਰਨਾ ਇਹ ਕਮਜ਼ੋਰੀ ਹੈ। ਮੈਂ ਤੈਨੂੰ ਇਸ ਲਈ ਨਹੀਂ ਹਰਾਇਆ ਕਿ ਮੈਂ ਤੇਥੋਂ ਤੇਜ਼ ਹਾਂ, ਸਗੋਂ ਇਸ ਲਈ ਹਰਾਇਆ ਕਿਉਂਕਿ ਮੈਂ ਅਕਲਮੰਦ ਹਾਂ ਅਤੇ ਮੈਂ ਜੋ ਵੀ ਕੀਤਾ ਪੂਰੀ ਲਗਨ ਨਾਲ ਕੀਤਾ ਹੈ। ਤੂੰ ਸਹੀ ਕਹਿ ਰਿਹਾ ਹੈ। ਅੱਜ ਤੋਂ ਬਾਅਦ ਮੈਂ ਆਪਣੇ ਸਭ ਤੋਂ ਤੇਜ਼ ਹੋਣ ਦੀ ਸ਼ੇਖੀਆਂ ਮਾਰਨੀਆਂ ਬੰਦ ਕਰ ਦੇਵਾਂਗਾ। ਮੈਨੂੰ ਹੁਣ ਵਾਪਸ ਚੱਲਣਾ ਚਾਹੀਦਾ ਹੈ, ਮੇਰਾ ਘਰ ਇੱਥੋਂ ਬਹੁਤ ਦੂਰ ਹੈ। ਕਛੂਆ ਮੁਸਕਰਾਇਆ ਅਤੇ ਆਪਣੇ ਰਸਤੇ ਚੱਲਣ ਲੱਗਾ। ਖਰਗੋਸ਼ ਨੇ ਇੱਕ ਚੰਗਾ ਸਬਕ ਸਿੱਖਿਆ ਤੇ ਆਪਣੀ ਗਲਤੀ ਵੇਖੀ। ਉਸ ਦਿਨ ਤੋਂ ਬਾਅਦ ਉਸਨੇ ਕਦੇ ਆਪਣੇ ਬਾਰੇ ਸ਼ੇਖੀਆਂ ਨਹੀਂ ਮਾਰੀਆਂ ਤੇ ਨਾ ਹੀ ਉਸਨੇ ਕਦੇ ਦੌੜ ਵਿੱਚ ਹਿੱਸਾ ਲਿਆ।